ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਅੱਜ ਮੇਰਾ ਵਿਆਹ ਸੀ। ਵਿਆਹ ਨੂੰ ਲੈ ਕੇ ਹਰ ਕੁੜੀ ਦੇ ਕੁਝ ਸੁਪਨੇ ਹੁੰਦੇ ਹਨ। ਉਹ ਆਪਣੇ ਵਿਆਹ ਲਈ ਆਪਣੀਆਂ ਇੱਛਾਵਾਂ ਨੂੰ ਸੰਭਾਲ ਕੇ ਰੱਖਦੀ ਹੈ। ਪਰ ਮੇਰਾ ਵਿਆਹ ਹੋਰ ਵਿਆਹਾਂ ਨਾਲੋਂ ਥੋੜਾ ਵੱਖਰਾ ਸੀ। ਇਹ ਵਿਆਹ ਘੱਟ ਤੇ ਸੌਦਾ ਜ਼ਿਆਦਾ ਸੀ। ਮੇਰੀ ਮਜਬੂਰੀ ਦਾ ਸੌਦਾ। ਮੈਂ ਵਿਦਾਈ ਲੈ ਕੇ ਆਪਣੇ ਸਹੁਰੇ ਘਰ ਆ ਗਈ। ਮੇਰੇ ਸਹੁਰੇ ਘਰ ਸਿਰਫ ਮੇਰਾ ਪਤੀ ਤੇ ਮੇਰਾ ਸਹੁਰਾ ਸੀ। ਉੱਥੇ ਮੇਰਾ ਸਵਾਗਤ ਕਰਨ ਵਾਲਾ ਕੋਈ ਨਹੀਂ ਸੀ। ਮੈਨੂੰ ਸਿੱਧਾ ਮੇਰੇ ਪਤੀ ਦੇ ਕਮਰੇ ਵਿੱਚ ਲੈ ਜਾਇਆ ਗਿਆ। ਮੈਂ ਉੱਥੇ ਸਧਾਰਨ ਪਹਿਰਾਵਾ ਪਹਿਨੇ ਇੱਕ ਆਮ ਦੁਲਹਨ ਬਣ ਕੇ ਬੈਠੀ ਸੀ। ਆਉਣ ਵਾਲੇ ਵਕਤ ਦੇ ਡਰ ਕਾਰਨ ਮੇਰਾ ਦਿਲ ਤੇਜ਼ ਧੜਕ ਰਿਹਾ ਸੀ ਤੇ ਹੱਥਾਂ ਨੂੰ ਬਹੁਤ ਪਸੀਨਾ ਆ ਰਿਹਾ ਸੀ। ਜਿਹੜੀਆਂ ਗੱਲਾਂ ਮੈਂ ਆਪਣੇ ਪਤੀ ਬਾਰੇ ਸੁਣੀਆਂ ਸੀ ਉਹ ਮੇਰੇ ਦਿਮਾਗ ਵਿੱਚ ਚੱਲ ਰਹੀਆਂ ਸਨ ਕਿ ਉਸ ਨਾਲ ਵਿਆਹ ਨਾ ਕਰਵਾ, ਉਹ ਤਾਂ ਪਾਗਲ ਸਾਈਕੋ ਹੈ। ਤੂੰ ਤਾਂ ਪੜ੍ਹੀ ਲਿਖੀ ਕੁੜੀ ਹੈ, ਫਿਰ ਉਸ ਪਾਗਲ ਨਾਲ ਵਿਆਹ ਕਰਨ ਦੀ ਬੇਵਕੂਫੀ ਕਿਉਂ ਕਰ ਰਹੀ ਹੈ? ਇੱਕ ਤੋਂ ਬਾਅਦ ਇੱਕ ਗੱਲ ਮੇਰੇ ਦਿਮਾਗ ਵਿੱਚ ਘੁੰਮ ਰਹੀ ਸੀ। ਘਬਰਾਹਟ ਦੇ ਕਾਰਨ ਗਲਾ ਸੁੱਕ ਚੁੱਕਾ ਸੀ। ਮੈਂ ਆਪਣੀ ਘਬਰਾਹਟ ਤੇ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਜਦੋਂ ਮੇਰਾ ਪਤੀ ਅੰਦਰ ਆਇਆ ਮੈਂ ਥੋੜਾ ਜਿਹਾ ਸਿਮਟ ਗਈ ਤੇ ਉਹ ਆ ਕੇ ਮੇਰੇ ਨੇੜੇ ਬੈੱਡ ਤੇ ਬੈਠ ਗਿਆ ਸੀ। ਉਸਨੇ ਮੈਨੂੰ ਮੇਰਾ ਘੁੰਡ ਚੁੱਕਣ ਲਈ ਕਿਹਾ। ਮੈਨੂੰ ਇਹ ਗੱਲ ਬਹੁਤ ਅਜੀਬ ਲੱਗੀ, ਪਰ ਮੈਂ ਆਪਣੇ ਪਤੀ ਬਾਰੇ ਪਹਿਲਾਂ ਹੀ ਬਹੁਤ ਸਾਰੀਆਂ ਅਜੀਬ ਗੱਲਾਂ ਸੁਣੀਆਂ ਸਨ। ਇਸ ਲਈ ਮੈਂ ਉਸਦੀ ਗੱਲ ਮੰਨ ਲਈ ਤੇ ਆਪਣਾ ਘੁੰਡ ਆਪ ਹੀ ਚੁੱਕ ਲਿਆ। ਪਰ ਜਿਵੇਂ ਹੀ ਮੇਰੀ ਨਜ਼ਰ ਉਸਦੇ ਚਿਹਰੇ ਤੇ ਪਈ ਤਾਂ ਮੈਂ ਹੈਰਾਨ ਰਹਿ ਗਈ ਸੀ। ਉਹ ਵੀ ਅਜੀਬ ਨਜ਼ਰਾਂ ਨਾਲ ਮੇਰੇ ਵੱਲ ਵੇਖਣ ਲੱਗਾ ਤੇ ਕਿੰਨੀ ਦੇਰ ਤੱਕ ਇੱਕ ਟੱਕ ਵੇਖਦਾ ਰਿਹਾ ਤੇ ਪਤਾ ਨਹੀਂ ਉਸਨੂੰ ਕੀ ਹੋਇਆ ਤੇ ਉਹ ਅਚਾਨਕ ਉੱਠ ਕੇ ਕਮਰੇ ਦੀ ਛੱਤ ਤੇ ਚਲਾ ਗਿਆ। ਮੇਰਾ ਨਾਮ ਜਾਨਵੀ ਹੈ ਤੇ ਮੈਂ ਇੱਕ ਗਰੀਬ ਪਰਿਵਾਰ ਤੋਂ ਹਾਂ। ਘਰ ਵਿੱਚ ਮੇਰੇ ਤੋਂ ਇਲਾਵਾ ਮਾਂ ਪਿਤਾ ਤੇ ਇੱਕ ਛੋਟਾ ਭਰਾ ਵੀ ਹੈ। ਭਰਾ ਅਜੇ ਛੋਟਾ ਸੀ ਤੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ, ਜਦੋਂ ਕਿ ਮੈਂ ਦਿੱਲੀ ਦੀ ਯੂਨੀਵਰਸਿਟੀ ਵਿੱਚ ਸਕਾਲਰਸ਼ਿਪ ਤੇ ਪੜ੍ਹ ਰਹੀ ਸੀ। ਇੱਥੇ ਮੇਰੇ ਵਰਗੀਆਂ ਬਹੁਤ ਘੱਟ ਕੁੜੀਆਂ ਸੀ ਜੋ ਗਰੀਬ ਪਰਿਵਾਰਾਂ ਵਿੱਚੋਂ ਹੋਣ। ਇੱਥੇ ਚੰਗੇ ਅਮੀਰ ਘਰਾਣਿਆਂ ਦੇ ਮੁੰਡੇ ਕੁੜੀਆਂ ਪੜ੍ਹਨ ਲਈ ਆਉਂਦੇ ਸਨ। ਇਸੇ ਲਈ ਮੈਂ ਸ਼ੁਰੂ ਤੋਂ ਹੀ ਆਪਣੇ ਆਪ ਵਿੱਚ ਖੁਸ਼ ਰਹਿੰਦੀ ਸੀ ਤੇ ਇੱਥੇ ਯੂਨੀਵਰਸਿਟੀ ਵਿੱਚ ਮੈਂ ਕਿਸੇ ਨਾਲ ਦੋਸਤੀ ਨਹੀਂ ਕੀਤੀ ਸੀ। ਬਸ ਕਦੇ-ਕਦਾਈ ਮੈਂ ਆਪਣੀ ਪੜ੍ਹਾਈ ਦੇ ਬਾਰੇ ਵਿੱਚ ਕਲਾਸ ਦੇ ਗਰੁੱਪ ਨਾਲ ਚਰਚਾ ਕਰਦੀ ਸੀ। ਪਰ ਲੁਧਿਆਣੇ ਇੱਕ ਮੁੰਡਾ ਮਨਵੀਰ ਬਹੁਤ ਖੂਬਸੂਰਤ ਸੀ ਤੇ ਹਰ ਕੁੜੀ ਉਸ ਨਾਲ ਗੱਲ ਕਰਨਾ ਚਾਹੁੰਦੀ ਸੀ। ਜਦੋਂ ਮੈਂ ਵੀ ਉਸਨੂੰ ਪਹਿਲੀ ਵਾਰ ਦੇਖਿਆ ਤਾਂ ਆਪਣਾ ਦਿਲ ਦੇ ਬੈਠੀ ਸੀ। ਮੇਰੇ ਨਾਲ ਪਹਿਲੀ ਵਾਰ ਹੋਇਆ ਸੀ, ਪਰ ਮੈਂ ਆਪਣੀਆਂ ਭਾਵਨਾਵਾਂ ਨੂੰ ਆਪਣੇ ਦਿਲ ਵਿੱਚ ਲੁਕੋ ਕੇ ਰੱਖਿਆ ਤੇ ਕਦੇ ਵੀ ਕਿਸੇ ਨੂੰ ਪ੍ਰਗਟ ਨਹੀਂ ਹੋਣ ਦਿੱਤੀਆਂ। ਜਦੋਂ ਕਲਾਸ ਵਿੱਚ ਨਵੇਂ ਗਰੁੱਪ ਬਣੇ ਤਾਂ ਮਨਵੀਰ ਮੇਰੇ ਗਰੁੱਪ ਵਿੱਚ ਸ਼ਾਮਲ ਹੋ ਗਿਆ। ਹੁਣ ਅਕਸਰ ਸਾਡੀਆਂ ਗੱਲਾਂ ਪੜ੍ਹਾਈ ਦੇ ਸਿਲਸਿਲੇ ਵਿੱਚ ਹੋਣ ਲੱਗ ਪਈਆਂ। ਕਈ ਵਾਰ ਮਨਵੀਰ ਮੇਰੇ ਨੋਟਸ ਵੀ ਬਣਾ ਦਿੰਦਾ ਸੀ। ਉਸਨੇ ਮੇਰੀ ਪੜ੍ਹਾਈ ਵਿੱਚ ਹਰ ਤਰ੍ਹਾਂ ਨਾਲ ਮਦਦ ਕੀਤੀ, ਜਦੋਂ ਕਿ ਉਹ ਕਿਸੇ ਹੋਰ ਕੁੜੀ ਨਾਲ ਗੱਲ ਵੀ ਨਹੀਂ ਕਰਦਾ ਸੀ। ਕੁਝ ਕੁੜੀਆਂ ਤਾਂ ਮੈਨੂੰ ਕਹਿਣ ਲੱਗ ਪਈਆਂ ਕਿ ਮਨਵੀਰ ਤੈਨੂੰ ਪਸੰਦ ਕਰਦਾ ਹੈ, ਪਰ ਮੈਂ ਉਹਨਾਂ ਦੀ ਗੱਲ ਇੱਕ ਕੰਨ ਤੋਂ ਸੁਣਦੀ ਤੇ ਦੂਜੇ ਕੰਨ ਤੋਂ ਬਾਹਰ ਕੱਢ ਦਿੰਦੀ, ਕਿਉਂਕਿ ਮੈਨੂੰ ਮੇਰੀ ਔਕਾਤ ਦਾ ਪਤਾ ਸੀ। ਬੇਸ਼ੱਕ ਮੈਂ ਬਹੁਤ ਸੋਹਣੀ ਸੀ, ਪਰ ਮੇਰਾ ਰੁਤਬਾ ਮਨਵੀਰ ਦੇ ਰੁਤਬੇ ਨਾਲ ਮੇਲ ਨਹੀਂ ਖਾਂਦਾ ਸੀ ਤੇ ਉਹ ਕੋਈ ਪਾਗਲ ਨਹੀਂ ਸੀ ਜੋ ਇੰਨੀਆਂ ਚੰਗੀਆਂ ਕੁੜੀਆਂ ਨੂੰ ਛੱਡ ਕੇ ਮੈਨੂੰ ਪਸੰਦ ਕਰਦਾ। ਉਹ ਉੱਚ ਪੱਧਰੀ ਅਮੀਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਤੇ ਮੈਂ ਇੱਕ ਗਰੀਬ ਪਰਿਵਾਰ ਵਿੱਚੋਂ ਸੀ ਜਿਸ ਦਾ ਪਿਤਾ ਸਬਜ਼ੀ ਵੇਚਦਾ ਸੀ। ਯੂਨੀਵਰਸਿਟੀ ਦਾ ਸਮਾਂ ਕਿਵੇਂ ਬੀਤ ਗਿਆ ਕੋਈ ਪਤਾ ਨਹੀਂ ਲੱਗਿਆ ਸੀ। ਨਾ ਤਾਂ ਮੈਂ ਕਦੇ ਮਨਵੀਰ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤੇ ਨਾ ਹੀ ਮਨਵੀਰ ਨੇ ਕਦੇ ਮੈਨੂੰ ਕੋਈ ਬੇਕਾਰ ਗੱਲ ਕਹੀ। ਅੱਜ ਸਾਡਾ ਯੂਨੀਵਰਸਿਟੀ ਵਿੱਚ ਆਖਰੀ ਦਿਨ ਸੀ, ਪਰ ਅੱਜ ਮਨਵੀਰ ਨਹੀਂ ਆਇਆ। ਮੇਰੇ ਮਨ ਵਿੱਚ ਅਜੀਬ ਜੀ ਬੇਚੈਨੀ ਸੀ। ਮੈਂ ਕਾਫੀ ਦੇਰ ਇੰਤਜ਼ਾਰ ਕੀਤਾ। ਮੈਂ ਉਸਨੂੰ ਆਖਰੀ ਵਾਰ ਮਿਲਣਾ ਚਾਹੁੰਦੀ ਸੀ, ਪਰ ਪਤਾ ਨਹੀਂ ਉਹ ਕਿਉਂ ਨਹੀਂ ਆਇਆ। ਅਸੀਂ ਇੱਕ ਦੂਜੇ ਨੂੰ ਕਦੇ ਆਪਣਾ ਨੰਬਰ ਵੀ ਨਹੀਂ ਦਿੱਤਾ ਸੀ। ਇਸ ਦੀ ਕਦੇ ਲੋੜ ਹੀ ਨਹੀਂ ਪਈ ਸੀ ਤੇ ਅੱਜ ਆਖਰੀ ਦਿਨ ਵੀ ਉਹ ਨਹੀਂ ਆ ਸਕਿਆ। ਮੈਂ ਭਾਰੀ ਮਨ ਨਾਲ ਯੂਨੀਵਰਸਿਟੀ ਤੋਂ ਘਰ ਆਈ। ਮੇਰਾ ਆਖਰੀ ਦਿਨ ਬਹੁਤ ਮਾੜਾ ਨਿਕਲਿਆ ਸੀ। ਕੁਝ ਦਿਨ ਤਾਂ ਥਕਾਵਟ ਉਤਰਨ ਵਿੱਚ ਹੀ ਨਿਕਲ ਗਏ, ਪਰ ਫਿਰ ਘਰ ਆਉਣ ਤੋਂ ਕੁਝ ਸਮੇਂ ਬਾਅਦ ਜ਼ਿੰਦਗੀ ਨੇ ਅਜਿਹਾ ਮੋੜ ਲੈ ਲਿਆ ਕਿ ਮੈਂ ਦੰਗ ਰਹਿ ਗਈ। ਪਿਤਾ ਨੂੰ ਕੰਮ ਤੇ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਹ ਕਈ ਦਿਨ ਹਸਪਤਾਲ ਵਿੱਚ ਦਾਖਲ ਰਹੇ। ਸਿਰਫ ਕੰਮ ਹੀ ਨਹੀਂ ਰੁਕਿਆ,
ਟੈਸਟਾਂ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਿਤਾ ਦੇ ਵਾਲਵ ਬੰਦ ਹਨ ਤੇ ਉਹਨਾਂ ਨੂੰ ਦਿਲ ਦੀ ਵੱਡੀ ਸਰਜਰੀ ਕਰਵਾਉਣੀ ਪਵੇਗੀ। ਸਾਡੇ ਕੋਲ ਇੰਨਾ ਮਹਿੰਗਾ ਇਲਾਜ ਕਰਵਾਉਣ ਦਾ ਸਾਧਨ ਨਹੀਂ ਸੀ। ਪਿਤਾ ਜੀ ਸਰਕਾਰੀ ਹਸਪਤਾਲ ਤੋਂ ਇਲਾਜ ਕਰਵਾ ਕੇ ਘਰ ਪਰਤ ਆਏ, ਪਰ ਡਾਕਟਰ ਨੇ ਸਖਤੀ ਨਾਲ ਉਹਨਾਂ ਨੂੰ ਆਰਾਮ ਕਰਨ ਲਈ ਕਿਹਾ ਸੀ। ਪਿਤਾ ਜੀ ਹੁਣ ਜ਼ਿਆਦਾਤਰ ਘਰ ਹੀ ਰਹਿੰਦੇ ਸਨ। ਉਹ ਕੰਮ ਤੇ ਜਾਣ ਦੀ ਬਹੁਤ ਕੋਸ਼ਿਸ਼ ਕਰਦੇ, ਪਰ ਮੈਂ ਉਹਨਾਂ ਨੂੰ ਰੋਕਦੀ ਤੇ ਕੰਮ ਤੇ ਨਹੀਂ ਜਾਣ ਦਿੰਦੀ ਸੀ। ਇੱਕ ਦਿਨ ਉਹ ਮੇਰੇ ਤੋਂ ਚੋਰੀ ਕੰਮ ਤੇ ਚਲੇ ਗਏ ਤਾਂ ਉਹਨਾਂ ਦੀ ਤਬੀਅਤ ਵਿਗੜ ਗਈ। ਇਸ ਲਈ ਦੁਬਾਰਾ ਕਦੇ ਪਿਤਾ ਜੀ ਕੰਮ ਤੇ ਨਹੀਂ ਗਏ। ਪਰ ਫਿਰ ਇਹ ਕਦ ਤੱਕ ਚੱਲਦਾ? ਘਰ ਵਿੱਚ ਜਿੰਨਾ ਵੀ ਰਾਸ਼ਨ ਉਹ ਸਾਰਾ ਖਤਮ ਹੋਣ ਵਾਲਾ ਸੀ। ਇਕੱਠੀ ਹੋਈ ਪੂੰਜੀ ਵੀ ਹੌਲੀ-ਹੌਲੀ ਲੱਗੀ ਜਾਂਦੀ ਸੀ। ਅਸੀਂ ਆਪਣਾ ਘਰ ਬਦਲ ਲਿਆ ਤੇ ਘੱਟ ਕਿਰਾਏ ਵਾਲਾ ਛੋਟਾ ਜਿਹਾ ਘਰ ਲੈ ਲਿਆ। ਮਾਂ ਦਾ ਫਿਕਰਮੰਦ ਚਿਹਰਾ ਦੇਖ ਕੇ ਮੈਂ ਆਪ ਵੀ ਪਰੇਸ਼ਾਨ ਹੋ ਜਾਂਦੀ ਸੀ। ਭਰਾ ਅਜੇ ਬਹੁਤ ਛੋਟਾ ਸੀ, ਇਸ ਲਈ ਸੰਭਵ ਨਹੀਂ ਸੀ ਕਿ ਉਹ ਕੰਮ ਕਰ ਸਕੇ। ਇਸ ਲਈ ਮੈਨੂੰ ਬਾਹਰ ਜਾਣਾ ਪਿਆ। ਪਹਿਲਾਂ ਮੈਂ ਆਪਣੇ ਪਿਤਾ ਦੀ ਸਬਜ਼ੀ ਦੀ ਰੇਹੜੀ ਘਰ ਦੇ ਬਾਹਰ ਲਾਉਣੀ ਸ਼ੁਰੂ ਕੀਤੀ। ਹਰ ਰੋਜ਼ ਸਵੇਰੇ ਆਪਣੀ ਮਾਂ ਨਾਲ ਜਾ ਕੇ ਮੰਡੀ ਤੋਂ ਤਾਜ਼ੀ ਸਬਜ਼ੀ ਲੈ ਕੇ ਆਉਂਦੀ ਤੇ ਘਰ ਆ ਕੇ ਬਾਹਰ ਰੱਖ ਕੇ ਵੇਚ ਦਿੰਦੀ ਸੀ। ਇਸ ਨਾਲ ਇੰਨੇ ਪੈਸੇ ਬਚਦੇ ਕਿ ਸਾਡੇ ਰੋਜ਼ਾਨਾ ਦੇ ਲੋੜੀਂਦੇ ਖਰਚੇ ਪੂਰੇ ਹੋ ਜਾਂਦੇ। ਪਰ ਪਿਤਾ ਦੇ ਇਲਾਜ ਲਈ ਪੈਸੇ ਕਿੱਥੋਂ ਲਿਆਉਂਦੇ? ਇਸ ਲਈ ਮੈਂ ਇੱਕ ਫੈਸਲਾ ਲਿਆ ਤੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ। ਮਾਂ ਨੇ ਮੈਨੂੰ ਬਹੁਤ ਰੋਕਿਆ, ਪਰ ਮੈਂ ਆਪਣੀ ਗੱਲ ਤੇ ਕਾਇਮ ਰਹੀ ਤੇ ਪਿਤਾ ਜੀ ਤੋਂ ਆਗਿਆ ਲੈ ਲਈ। ਆਗਿਆ ਦਿੰਦੇ ਹੋਏ ਪਿਤਾ ਜੀ ਦਾ ਮਨ ਵੀ ਬਹੁਤ ਭਾਰੀ ਪੈ ਰਿਹਾ ਸੀ, ਕਿਉਂਕਿ ਉਹਨਾਂ ਨੇ ਮੇਰੇ ਲਈ ਕੁਝ ਹੋਰ ਸੁਪਨੇ ਲਏ ਸਨ ਤੇ ਹੁਣ ਅਚਾਨਕ ਹਾਲਾਤਾਂ ਦੇ ਬਦਲਣ ਕਰਕੇ ਉਹ ਸਾਰੇ ਅਧੂਰੇ ਰਹਿ ਗਏ ਸੀ। ਪਿਤਾ ਜੀ ਦੀ ਇਜਾਜ਼ਤ ਮਿਲਦਿਆਂ ਹੀ ਮੈਂ ਅਗਲੇ ਹੀ ਦਿਨ ਵੱਖ-ਵੱਖ ਥਾਵਾਂ ਤੇ ਨੌਕਰੀਆਂ ਲਈ ਅਰਜ਼ੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਖਬਾਰ ਮੰਗਵਾਇਆ, ਉਸ ਵਿੱਚ ਨੌਕਰੀਆਂ ਬਾਰੇ ਪੜ੍ਹਿਆ ਤੇ ਮੈਂ ਕਈ ਥਾਵਾਂ ਤੇ ਅਪਲਾਈ ਕੀਤਾ। ਪਰ ਮੈਂ ਪੂਰਾ ਮਹੀਨਾ ਨੌਕਰੀਆਂ ਲਈ ਅਪਲਾਈ ਕਰਦੀ ਰਹੀ ਤੇ ਕਿਤੇ ਵੀ ਨੌਕਰੀ ਨਹੀਂ ਮਿਲੀ। ਜਦੋਂ ਇੰਟਰਵਿਊ ਲਈ ਬੁਲਾਇਆ ਜਾਂਦਾ ਤਾਂ ਮੈਂ ਇੰਟਰਵਿਊ ਦੇਣ ਜਾਂਦੀ ਤਾਂ ਇੰਜ ਲੱਗਦਾ ਜਿਵੇਂ ਨੌਕਰੀ ਦੀ ਚੋਣ ਪਹਿਲਾਂ ਹੀ ਹੋ ਗਈ ਹੋਵੇ ਤੇ ਇਹ ਸਿਰਫ ਇੱਕ ਦਿਖਾਵਾ ਹੋਵੇ। ਪਰ ਫਿਰ ਉਹਨਾਂ ਦਿਨਾਂ ਵਿੱਚ ਮੈਨੂੰ ਇੱਕ ਥਾਂ ਤੇ ਨੌਕਰੀ ਮਿਲ ਗਈ ਸੀ। ਤਨਖਾਹ ਬਹੁਤੀ ਤਾਂ ਨਹੀਂ ਸੀ, ਪਰ ਫਿਰ ਵੀ ਚੰਗੀ ਸੀ। ਮੈਂ ਬਹੁਤ ਖੁਸ਼ ਹੋਈ ਤੇ ਤੁਰੰਤ ਲੱਗ ਗਈ। ਮੈਨੂੰ ਜੁਆਇਨ ਹੋਏ ਕੁਝ ਹੀ ਦਿਨ ਹੋਏ ਸਨ ਕਿ ਇੱਕ ਦਿਨ ਬੌਸ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਕਿਹਾ, ਜਾਨਵੀ, ਕੀ ਤੁਹਾਡੀ ਤਨਖਾਹ ਤੇ ਪੋਸਟ ਤੁਹਾਡੀ ਯੋਗਤਾ ਤੇ ਚੰਗੇ ਕੰਮ ਦੇ ਹਿਸਾਬ ਨਾਲ ਘੱਟ ਨਹੀਂ ਹੈ? ਜਦੋਂ ਬੌਸ ਨੇ ਮੈਨੂੰ ਇਹ ਸਵਾਲ ਪੁੱਛਿਆ ਤਾਂ ਮੈਂ ਥੋੜੀ ਉਲਝਣ ਵਿੱਚ ਸੀ ਕਿ ਹਾਂ ਕਹਾਂ ਜਾਂ ਨਾ। ਪਰ ਫਿਰ ਮੈਂ ਹਿੰਮਤ ਜੁਟਾ ਕੇ ਮੈਂ ਹਾਂ ਕਹਿ ਦਿੱਤੀ ਤਾਂ ਉਹ ਕੁਝ ਦੇਰ ਮੈਨੂੰ ਧਿਆਨ ਨਾਲ ਵੇਖਦੇ ਰਹੇ ਤੇ ਫਿਰ ਕਹਿਣ ਲੱਗੇ, ਤੇਰੀ ਤਨਖਾਹ ਤੇ ਪੋਸਟ ਵੱਧ ਸਕਦੀ ਹੈ, ਪਰ ਜੇ ਤੂੰ ਮੈਨੂੰ ਖੁਸ਼ ਕਰ ਦੇ ਤਾਂ। ਜਦੋਂ ਉਸਨੇ ਇਹ ਕਿਹਾ ਤਾਂ ਮੈਂ ਉਲਝਣ ਭਰੀਆਂ ਨਜ਼ਰਾਂ ਨਾਲ ਉਸਦੇ ਵੱਲ ਵੇਖਿਆ ਤੇ ਪੁੱਛਿਆ, ਪਰ ਕਿਵੇਂ ਸਰ? ਤਾਂ ਉਹ ਹੱਸ ਕੇ ਬੋਲਿਆ, ਮਿਸ ਜਾਨਵੀ, ਤੁਸੀਂ ਸਮਝਦਾਰ ਹੋ ਤੇ ਸਮਝ ਸਕਦੇ ਹੋ ਕਿ ਇਸ ਲਈ ਤੁਹਾਨੂੰ ਬਸ ਮੈਨੂੰ ਖੁਸ਼ ਕਰਨਾ ਹੋਵੇਗਾ। ਬੌਸ ਦੀ ਗੱਲ ਸੁਣ ਕੇ ਮੇਰੇ ਸਰੀਰ ਨੂੰ ਜਿਵੇਂ ਅੱਗ ਲੱਗ ਗਈ ਹੋਵੇ। ਮੈਂ ਗੁੱਸੇ ਨਾਲ ਖੜੀ ਹੋ ਕੇ ਕਿਹਾ ਕਿ ਤੁਹਾਡੇ ਵਰਗੇ ਬਦਮਾਸ਼ਾਂ ਕਾਰਨ ਕੁੜੀਆਂ ਘਰੋਂ ਬਾਹਰ ਨਿਕਲਣ ਤੋਂ ਡਰਦੀਆਂ ਹਨ। ਮੈਂ ਜਿਹੀ ਨੌਕਰੀ ਨੂੰ ਲੱਤ ਮਾਰਦੀ ਹਾਂ। ਇਹ ਕਹਿ ਕੇ ਗੁੱਸੇ ਨਾਲ ਮੈਂ ਦਫ਼ਤਰ ਤੋਂ ਬਾਹਰ ਆ ਗਈ। ਉਹ ਕਮੀਨਾ ਬੌਸ ਮੈਨੂੰ ਪਿੱਛੇ ਤੋਂ ਬੁਲਾ ਰਿਹਾ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਮੈਂ ਬਹੁਤ ਬੇਵਸ ਤੇ ਬੇਕਾਰ ਮਹਿਸੂਸ ਕਰ ਰਹੀ ਸੀ। ਇਹ ਬੇਵਸ ਤੇ ਲਾਚਾਰ ਲੋਕਾਂ ਦੀ ਦੁਨੀਆ ਨਹੀਂ ਹੈ। ਮੈਂ ਕਿੰਨੀ ਦੇਰ ਇਸ ਤਰ੍ਹਾਂ ਬਿਨਾਂ ਮਤਲਬ ਸੜਕ ਦੇ ਨਾਲ-ਨਾਲ ਤੁਰਦੀ ਰਹੀ, ਪਰ ਆਖਰ ਕਦੋਂ ਤੱਕ? ਮੈਂ ਘਰ ਤਾਂ ਜਾਣਾ ਹੀ ਸੀ। ਘਰ ਪਹੁੰਚ ਕੇ ਮਾਂ ਨੇ ਮੇਰਾ ਚਿੰਤਤ ਚਿਹਰਾ ਦੇਖ ਕੇ ਪੁੱਛਿਆ, ਕੀ ਹੋਇਆ ਜਾਨਵੀ? ਤੁਸੀਂ ਇੰਨੇ ਪਰੇਸ਼ਾਨ ਕਿਉਂ ਹੋ? ਮੇਰੀ ਮਾਂ ਦੇ ਪੁੱਛਣ ਦੀ ਦੇਰ ਸੀ। ਮੈਂ ਫੁੱਟ-ਫੁੱਟ ਕੇ ਰੋਣ ਲੱਗ ਪਈ ਤੇ ਮਾਂ ਨੂੰ ਸਾਰੀ ਸੱਚਾਈ ਦੱਸੀ। ਮਾਂ ਮੈਨੂੰ ਆਪਣੇ ਨਾਲ ਲਾ ਲੈਂਦੀ ਹੈ ਤੇ ਹੌਸਲਾ ਦਿੰਦੀ ਹੈ ਤੇ ਉਹ ਕਹਿਣ ਲੱਗੀ, ਬੇਟੀ, ਹੁਣ ਜਦੋਂ ਤੂੰ ਘਰੋਂ ਨਿਕਲੀ ਹੈ ਤਾਂ ਤੈਨੂੰ ਅਜਿਹੇ ਕਈ ਭੇੜੀਆਂ ਨਾਲ ਲੜਨਾ ਪਵੇਗਾ। ਅਜਿਹੇ ਕਈ ਜਾਨਵਰ ਤੁਹਾਡੇ ਰਾਹ ਵਿੱਚ ਆਉਣਗੇ, ਪਰ ਤੁਹਾਨੂੰ ਹਿੰਮਤ ਤੇ ਸਮਝਦਾਰੀ ਨਾਲ ਕੰਮ ਲੈਣਾ ਪਵੇਗਾ। ਇਸ ਤੋਂ ਬਾਅਦ ਮਾਂ ਨੇ ਮੈਨੂੰ ਬਹੁਤ ਸਮਝਾਇਆ, ਪਰ ਮੈਂ ਹੁਣ ਕਾਫੀ ਪਰੇਸ਼ਾਨ ਹੋ ਗਈ ਸੀ। ਅਗਲੇ ਦਿਨ ਮੈਂ ਹਿੰਮਤ ਤੇ ਉਤਸ਼ਾਹ ਨਾਲ ਨਵੀਂ ਨੌਕਰੀ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਫਿਰ ਜਲਦੀ ਹੀ ਮੇਰੀ ਕਿਸਮਤ ਨਾਲ ਮੈਨੂੰ ਨੌਕਰੀ ਮਿਲ ਗਈ। ਇਹ ਨੌਕਰੀ ਪਹਿਲਾਂ ਨਾਲੋਂ ਬਹੁਤ ਵਧੀਆ
ਤੇ ਤਨਖਾਹ ਜ਼ਿਆਦਾ ਸੀ। ਮੈਨੂੰ ਇੱਥੇ 3 ਮਹੀਨੇ ਕੰਮ ਕਰਦੇ ਹੋ ਗਏ ਸੀ। ਇੱਥੇ ਦਾ ਮਾਹੌਲ ਬਹੁਤ ਵਧੀਆ ਸੀ। ਅੱਜ ਤੱਕ ਮੈਂ ਸਿਰਫ ਆਪਣੀ ਕੰਪਨੀ ਦੇ ਮੁਖੀ ਨੂੰ ਦੇਖਿਆ ਸੀ। ਹਾਲਾਂਕਿ ਦਫ਼ਤਰ ਵਿੱਚ ਬੌਸ ਦੇ ਬੇਟੇ ਬਾਰੇ ਬਹੁਤ ਚਰਚਾ ਹੁੰਦੀ ਸੀ। ਕੁਝ ਉਸ ਨੂੰ ਦੀਵਾਨਾ ਪਾਗਲ ਕਹਿੰਦੇ ਸੀ, ਕੁਝ ਉਸ ਨੂੰ ਸਾਈਕੋ ਕਹਿੰਦੇ ਸੀ, ਪਰ ਮੈਂ ਅੱਜ ਤੱਕ ਉਸ ਨੂੰ ਕਦੇ ਨਹੀਂ ਦੇਖਿਆ। ਸ਼ਾਇਦ ਉਹ ਦਫ਼ਤਰ ਆਉਂਦਾ ਹੀ ਨਹੀਂ ਸੀ। ਮੈਂ ਵੀ ਆਪਣੇ ਕੰਮ ਦਾ ਧਿਆਨ ਰੱਖਦੀ ਸੀ। ਪਰ ਫਿਰ ਇੱਕ ਦਿਨ ਬੌਸ ਨੇ ਵਰਕਰਾਂ ਦੀ ਇੱਕ ਜ਼ਰੂਰੀ ਮੀਟਿੰਗ ਬੁਲਾਈ ਤੇ ਉਹਨਾਂ ਦੇ ਪਾਸਿਓਂ ਇੱਕ ਅਜੀਬ ਘੋਸ਼ਣਾ ਸੁਣਾਈ ਦਿੱਤੀ। ਬੌਸ ਨੇ ਕਿਹਾ ਸੀ ਕਿ ਜੋ ਵੀ ਕੁੜੀ ਮੇਰੇ ਮੁੰਡੇ ਨਾਲ ਵਿਆਹ ਕਰਵਾ ਲੈਂਦੀ ਹੈ ਤੇ ਪੂਰੇ 24 ਘੰਟੇ ਉਸ ਨਾਲ ਬਿਤਾਉਂਦੀ ਹੈ ਤਾਂ ਮੈਂ ਉਸ ਨੂੰ ਇਨਾਮ ਵਜੋਂ ਵੱਡੀ ਰਕਮ ਦੇਵਾਂਗਾ। ਮੈਨੂੰ ਬੌਸ ਦੀ ਇਹ ਗੱਲ ਚੰਗੀ ਨਹੀਂ ਲੱਗੀ। ਪਤਾ ਨਹੀਂ ਉਸਦੇ ਬੇਟੇ ਨੂੰ ਕੀ ਗੱਲ ਸੀ ਕਿ ਬੌਸ ਨੇ ਅਜਿਹਾ ਐਲਾਨ ਕਰ ਦਿੱਤਾ। ਪਰ ਫਿਰ ਵੇਖਿਆ ਤਾਂ ਕੋਈ ਵੀ ਕੁੜੀ ਬੌਸ ਦੇ ਮੁੰਡੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ। ਪਰ ਇਹ ਸੁਣ ਕੇ ਮੇਰੇ ਮਨ ਵਿੱਚ ਇਹ ਖਿਆਲ ਵਾਰ-ਵਾਰ ਆ ਰਿਹਾ ਸੀ ਕਿ ਜੇ ਇੰਨੇ ਪੈਸੇ ਮਿਲਨੇ ਹਨ ਤਾਂ ਮੈਂ ਹੀ ਬੌਸ ਦੇ ਮੁੰਡੇ ਨਾਲ ਵਿਆਹ ਕਰ ਲਵਾਂਗੀ। ਇੰਨੇ ਪੈਸਿਆਂ ਨਾਲ ਮੈਂ ਆਪਣੇ ਪਿਤਾ ਦਾ ਇਲਾਜ ਕਰਵਾ ਸਕਦੀ ਹਾਂ ਤੇ ਜੇ ਮੇਰੇ ਪਿਤਾ ਠੀਕ ਹੋ ਗਏ ਤਾਂ ਸਾਡੇ ਸਾਰੇ ਕੰਮ ਠੀਕ ਹੋ ਜਾਣਗੇ ਤੇ ਫਿਰ ਇਹ ਕਿਹੜਾ ਸੱਚਾ ਵਿਆਹ ਹੋਵੇਗਾ, ਸਿਰਫ ਇੱਕ ਸੌਦਾ ਤਾਂ ਹੈਗਾ ਹੈ। ਪਰ ਮਨ ਨੂੰ ਇਹ ਗੱਲ ਸੁਣ ਕੇ ਝਟਕਾ ਲੱਗਾ। ਦਿਲ ਤੇ ਦਿਮਾਗ ਦੀ ਜੰਗ ਚੱਲ ਰਹੀ ਸੀ ਤੇ ਫਿਰ ਮੇਰਾ ਦਿਲ ਜਿੱਤ ਗਿਆ ਤੇ ਮੈਂ ਇਸ ਅੱਗ ਵਿੱਚ ਛਾਲ ਮਾਰਨ ਦਾ ਫੈਸਲਾ ਕੀਤਾ ਤੇ ਬੌਸ ਨੂੰ ਹਾਂ ਕਿਹਾ। ਮੇਰੀ ਗੱਲ ਸੁਣ ਕੇ ਬੌਸ ਬਹੁਤ ਖੁਸ਼ ਹੋਇਆ ਤੇ ਤੁਰੰਤ ਹੀ ਵਿਆਹ ਦਾ ਦਿਨ ਐਤਵਾਰ ਨਿਸ਼ਚਿਤ ਕਰ ਦਿੱਤਾ। ਜਦੋਂ ਮੈਂ ਘਰ ਆ ਕੇ ਆਪਣੀ ਮਾਂ ਨਾਲ ਗੱਲ ਕੀਤੀ ਤਾਂ ਉਹ ਸਦਮੇ ਵਿੱਚ ਚਲੀ ਗਈ। ਉਹ ਮੇਰੇ ਨਾਲ ਗੁੱਸੇ ਹੋ ਗਈ। ਪਿਤਾ ਦਾ ਰਵੱਈਆ ਵੀ ਮਾਂ ਨਾਲੋਂ ਵੱਖਰਾ ਨਹੀਂ ਸੀ। ਦੋਵਾਂ ਨੇ ਮੈਨੂੰ ਇਹ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਹੁਣ ਮੈਂ ਫੈਸਲਾ ਕਰ ਲਿਆ ਸੀ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੈਂ ਉਸ ਪੈਸੇ ਦੀ ਲਾਲਚੀ ਸੀ ਜਿਸ ਨਾਲ ਮੈਂ ਆਪਣੇ ਪਿਤਾ ਦਾ ਇਲਾਜ ਕਰਵਾ ਸਕਦੀ ਸੀ। ਇਸ ਤੋਂ ਇਲਾਵਾ ਮੈਨੂੰ ਕੋਈ ਹੋਰ ਵਿਕਲਪ ਨਜ਼ਰ ਨਹੀਂ ਆ ਰਿਹਾ ਸੀ। ਮਾਂ ਪਿਤਾ 1-2 ਦਿਨ ਗੁੱਸੇ ਵਿੱਚ ਰਹੇ ਪਰ ਫਿਰ ਮੈਨੂੰ ਸਮਝਾਉਣ ਲਈ ਬੈਠ ਗਏ। ਪਰ ਹੁਣ ਮੈਂ ਸਮਝਾਉਣ ਦੀ ਹੱਦ ਤੋਂ ਬਾਹਰ ਜਾ ਚੁੱਕੀ ਸੀ। ਇਸ ਲਈ ਮੈਂ ਉਹਨਾਂ ਦੀ ਗੱਲ ਨਹੀਂ ਸੁਣੀ ਤੇ ਐਤਵਾਰ ਦਾ ਦਿਨ ਆ ਗਿਆ। ਸਾਦੇ ਢੰਗ ਨਾਲ ਵਿਆਹ ਹੋ ਗਿਆ। ਮੈਂ ਹਜੇ ਤੱਕ ਆਪਣੇ ਪਤੀ ਦਾ ਚਿਹਰਾ ਨਹੀਂ ਦੇਖਿਆ ਸੀ ਪਰ ਮੈਂ ਉਸ ਦਾ ਨਾਮ ਸੁਣ ਕੇ ਹੈਰਾਨ ਜ਼ਰੂਰ ਹੋਈ ਸੀ। ਪਰ ਇੱਕੋ ਨਾਮ ਦੇ ਬਹੁਤ ਸਾਰੇ ਲੋਕ ਹੁੰਦੇ ਹਨ। ਹੁਣ ਇਹ ਮਨਵੀਰ ਉਹ ਮਨਵੀਰ ਤਾਂ ਨਹੀਂ ਹੋ ਸਕਦਾ। ਉਸ ਦੇ ਆਉਣ ਨਾਲ ਤਾਂ ਮੇਰਾ ਦਿਲ ਧੜਕਣ ਲੱਗ ਪੈਂਦਾ ਸੀ ਜਦੋਂ ਕਿ ਇਹ ਪਤਾ ਨਹੀਂ ਪਾਗਲ ਤੇ ਸਾਈਕੋ ਕੌਣ ਹੈ। ਮੈਂ ਹੁਣ ਸਹੁਰੇ ਘਰ ਆ ਗਈ ਸੀ। ਜਦੋਂ ਮੈਂ ਤੈਨੂੰ ਕਮਰੇ ਵਿੱਚ ਦੇਖਿਆ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਮੈਂ ਆਪਣੀ ਕਹਾਣੀ ਸੁਣਾਉਂਦੇ ਹੋਏ ਮਨਵੀਰ ਵੱਲ ਵੇਖਿਆ ਜੋ ਮੇਰੇ ਵੱਲ ਬਹੁਤ ਗੌਰ ਤੇ ਪਿਆਰ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਮੈਂ ਸ਼ਰਮ ਨਾਲ ਸਿਰ ਝੁਕਾ ਲਿਆ ਪਰ ਫਿਰ ਉਸ ਨੂੰ ਪੁੱਛਿਆ, ਤੈਨੂੰ ਕੀ ਹੋਇਆ ਹੈ? ਤੁਸੀਂ ਅਜਿਹੇ ਮਾਨਸਿਕ ਰੋਗੀ ਕਿਉਂ ਬਣ ਰਹੇ ਹੋ? ਤੁਹਾਡੇ ਬਾਰੇ ਇੰਨਾ ਮਸ਼ਹੂਰ ਕਿਉਂ ਹੈ? ਮੇਰੀ ਗੱਲ ਸੁਣ ਕੇ ਮਨਵੀਰ ਨੇ ਡੂੰਘਾ ਸਾਹ ਲਿਆ ਤੇ ਕਿਹਾ, ਜਦੋਂ ਮੈਂ ਲੁਧਿਆਣੇ ਤੋਂ ਯੂਨੀਵਰਸਿਟੀ ਗਿਆ ਤਾਂ ਉੱਥੇ ਵਿਭਾਗ ਵਿੱਚ ਦਾਖਲ ਹੁੰਦੇ ਹੀ ਮੇਰੀ ਪਹਿਲੀ ਨਜ਼ਰ ਤੁਹਾਡੇ ਉੱਤੇ ਪਈ। ਤੁਸੀਂ ਇੱਕ ਪਾਸੇ ਬੈਂਚ ਤੇ ਬੈਠੇ ਆਪਣੇ ਕੁਝ ਨੋਟ ਬਣਾ ਰਹੇ ਸੀ। ਤੁਸੀਂ ਉਹਨਾਂ ਸਾਰੀਆਂ ਮੇਕਅਪ ਤੇ ਫੈਸ਼ਨ ਵਾਲੀਆਂ ਕੁੜੀਆਂ ਤੋਂ ਬਿਲਕੁਲ ਵੱਖਰੇ ਲੱਗ ਰਹੇ ਸੀ। ਹਰ ਤਰ੍ਹਾਂ ਦੇ ਮੇਕਅਪ ਤੋਂ ਬਿਨਾਂ ਤੁਹਾਡਾ ਚਿਹਰਾ ਬਹੁਤ ਪਿਆਰਾ ਲੱਗ ਰਿਹਾ ਸੀ। ਤੁਸੀਂ ਚੁੰਨੀ ਲਈ ਹੋਈ ਸੀ ਤੇ ਸਿੱਧੇ ਸਾਦੇ ਰੂਪ ਵਿੱਚ ਬਹੁਤ ਪਿਆਰੇ ਲੱਗ ਰਹੇ ਸੀ। ਮੈਂ ਕੁਝ ਪਲਾਂ ਲਈ ਤੁਹਾਨੂੰ ਦੇਖਦਾ ਰਿਹਾ। ਅਜਿਹਾ ਨਹੀਂ ਸੀ ਕਿ ਕੁੜੀਆਂ ਪਹਿਲਾਂ ਮੇਰੀ ਜ਼ਿੰਦਗੀ ਵਿੱਚ ਨਹੀਂ ਆਈਆਂ ਸਨ, ਪਰ ਉਹ ਤਾਂ ਸਮਾਂ ਲਗਾਉਣ ਲਈ ਸੀ। ਪਰ ਤੈਨੂੰ ਦੇਖ ਕੇ ਪਹਿਲੀ ਨਜ਼ਰ ਵਿੱਚ ਹੀ ਪਿਆਰ ਹੋ ਗਿਆ ਤੇ ਉੱਥੇ ਹੀ ਖਲੋ ਕੇ ਮੈਂ ਫੈਸਲਾ ਕੀਤਾ ਕਿ ਮੈਂ ਸਿਰਫ ਤੈਨੂੰ ਹੀ ਆਪਣੀ ਪਤਨੀ ਬਣਾਉਣਾ ਹੈ। ਤੇ ਜਿਵੇਂ ਹੀ ਇਹ ਖਿਆਲ ਆਇਆ ਮੇਰੇ ਦਿਲ ਵਿੱਚ ਸ਼ਾਂਤੀ ਦੀ ਭਾਵਨਾ ਆ ਗਈ। ਤੁਹਾਨੂੰ ਦੇਖਣਾ ਤੇ ਤੁਹਾਡੇ ਨਾਲ ਗੱਲਾਂ ਕਰਨਾ ਮੈਨੂੰ ਚੰਗਾ ਲੱਗਣ ਲੱਗ ਪਿਆ। ਇੰਨੀ ਦਿਨੀ ਮੇਰੇ ਪਿਤਾ ਵੱਲੋਂ ਮੇਰੇ ਤੇ ਵਿਆਹ ਲਈ ਦਬਾਅ ਪਾਇਆ ਜਾਣ ਲੱਗਾ। ਦਰਅਸਲ ਪਿਤਾ ਜੀ ਨੇ ਮੈਨੂੰ ਦਿੱਲੀ ਤੋਂ ਬੁਲਾਇਆ ਹੀ ਇਸ ਲਈ ਸੀ। ਮੈਂ ਪਾਪਾ ਨੂੰ ਤੇਰੇ ਬਾਰੇ ਦੱਸਿਆ ਪਰ ਰੁਤਬੇ ਦੇ ਫਰਕ ਕਾਰਨ ਪਿਤਾ ਜੀ ਨੇ ਮੈਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ ਤੇ ਤੈਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਤੁਹਾਡੀ ਯੋਗਤਾ ਤੇ ਸੁੰਦਰਤਾ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਹ ਮੇਰਾ ਵਿਆਹ ਆਪਣੇ ਵਰਗੇ ਬਿਜ਼ਨਸ ਕਲਾਸ ਪਰਿਵਾਰ ਵਿੱਚ ਕਰਨਾ ਚਾਹੁੰਦੇ ਸੀ ਤਾਂ ਜੋ ਆਪਣਾ ਕਾਰੋਬਾਰ ਵਧਾ ਸਕਣ। ਮੈਂ ਉਹਨਾਂ ਨੂੰ ਵਾਰ-ਵਾਰ ਮਨਾ ਕਰਦਾ ਰਿਹਾ ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਤੇ ਇੱਕ ਥਾਂ ਤੇ ਮੇਰਾ ਰਿਸ਼ਤਾ ਤੈਅ ਕਰ ਦਿੱਤਾ।
ਇਸੇ ਕਰਕੇ ਮੈਂ ਆਖਰੀ ਦਿਨ ਯੂਨੀਵਰਸਿਟੀ ਨਹੀਂ ਆਇਆ ਸੀ। ਮੈਨੂੰ ਪਤਾ ਸੀ ਕਿ ਤੁਸੀਂ ਮੈਨੂੰ ਪਸੰਦ ਕਰਦੇ ਹੋ, ਪਰ ਮੈਂ ਆਖਰੀ ਦਿਨ ਤੇਰੀ ਆਸ ਤੇ ਉਮੀਦ ਨੂੰ ਤੋੜ ਨਹੀਂ ਸਕਦਾ ਸੀ, ਇਸ ਲਈ ਮੈਂ ਉਸ ਦਿਨ ਨਹੀਂ ਆਇਆ। ਪਾਪਾ ਨੇ ਬੜੀ ਧੂਮ-ਧਾਮ ਨਾਲ ਮੇਰੀ ਮੰਗਣੀ ਕਰ ਦਿੱਤੀ। ਮੈਂ ਆਪਣੇ ਪਿਤਾ ਦੀ ਇੱਛਾ ਅੱਗੇ ਸਿਰ ਤਾਂ ਝੁਕਾ ਲਿਆ ਸੀ, ਪਰ ਉਸ ਤੋਂ ਬਾਅਦ ਮੈਂ ਚੁੱਪ ਰਹਿਣਾ ਸ਼ੁਰੂ ਕਰ ਦਿੱਤਾ। ਮੇਰੀ ਮੰਗੇਤਰ ਮੈਨੂੰ ਅਕਸਰ ਬਾਹਰ ਲੈ ਕੇ ਜਾਣ ਲਈ ਆਉਂਦੀ, ਮੈਨੂੰ ਮਹਿੰਗੇ-ਮਹਿੰਗੇ ਤੋਹਫੇ ਦਿੰਦੀ। ਉਹ ਮੇਰੇ ਨਾਲ ਸਮਾਂ ਬਿਤਾਉਣਾ ਚਾਹੁੰਦੀ ਸੀ, ਪਰ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ। ਮੈਂ ਵਾਰ-ਵਾਰ ਤੁਹਾਨੂੰ ਯਾਦ ਕਰਦਾ ਸੀ ਤੇ ਫਿਰ ਇੱਕ ਦਿਨ ਮੈਂ ਯੂਨੀਵਰਸਿਟੀ ਦੇ ਕਲਰਕ ਵਿਭਾਗ ਤੋਂ ਤੁਹਾਡੇ ਘਰ ਦਾ ਪਤਾ ਲੈ ਲਿਆ ਤੇ ਤੁਹਾਡੇ ਘਰ ਵੀ ਗਿਆ, ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਤੁਸੀਂ ਤਾਂ ਪਹਿਲਾਂ ਹੀ ਘਰ ਛੱਡ ਚੁੱਕੇ ਹੋ। ਮੇਰੀ ਸਾਰੀ ਆਸ ਮੁੱਕ ਗਈ ਸੀ। ਹੁਣ ਇੰਨੇ ਵੱਡੇ ਸ਼ਹਿਰ ਵਿੱਚ ਮੈਂ ਤੈਨੂੰ ਕਿੱਥੇ ਲੱਭਦਾ। ਇਸ ਤੋਂ ਬਾਅਦ ਇੰਜ ਲੱਗਾ ਜਿਵੇਂ ਮੇਰੇ ਹੋਸ਼ ਉੱਡ ਗਏ ਹੋਣ। ਹਾਲ ਹੀ ਵਿੱਚ ਇਸੇ ਗੱਲ ਨੂੰ ਲੈ ਕੇ ਮੇਰੀ ਮੰਗੇਤਰ ਨਾਲ ਲੜਾਈ ਹੋ ਗਈ ਸੀ। ਉਹ ਮੈਨੂੰ ਇੱਕ ਸੰਗੀਤ ਸਮਾਰੋਹ ਵਿੱਚ ਲੈ ਕੇ ਜਾਣਾ ਚਾਹੁੰਦੀ ਸੀ, ਜਦੋਂ ਕਿ ਮੇਰਾ ਦਿਲ ਬਿਲਕੁਲ ਨਹੀਂ ਕਰਦਾ ਸੀ। ਇਸ ਲਈ ਮੈਂ ਉਸ ਤੇ ਵਾਰ-ਵਾਰ ਪਰੇਸ਼ਾਨ ਕਰਨ ਤੇ ਸਾਫ਼ ਇਨਕਾਰ ਕਰ ਦਿੱਤਾ। ਉਸ ਨੂੰ ਮੇਰਾ ਇਨਕਾਰ ਕਰਨਾ ਬਹੁਤ ਬੁਰਾ ਲੱਗਾ ਤੇ ਉਸ ਨੇ ਆਪਣੇ ਪਿਤਾ ਨੂੰ ਮੇਰੇ ਵਿਵਹਾਰ ਬਾਰੇ ਸ਼ਿਕਾਇਤ ਕੀਤੀ। ਉਸ ਦੇ ਪਿਤਾ ਨੇ ਮੇਰੇ ਪਿਤਾ ਨਾਲ ਗੱਲ ਕੀਤੀ ਤੇ ਘਰ ਵਿੱਚ ਤੂਫਾਨ ਖੜਾ ਹੋ ਗਿਆ। ਪਾਪਾ ਨੇ ਪਹਿਲਾਂ ਮੈਨੂੰ ਬਹੁਤ ਬੁਰੀ ਤਰ੍ਹਾਂ ਨਾਲ ਗਾਲਾਂ ਕੱਢੀਆਂ ਤੇ ਫਿਰ ਉਹਨਾਂ ਨੇ ਮੈਨੂੰ ਸਪਸ਼ਟ ਚੇਤਾਵਨੀ ਦਿੱਤੀ ਕਿ ਮੈਨੂੰ ਉਸ ਕੁੜੀ ਤੋਂ ਮਾਫੀ ਮੰਗਣੀ ਪਵੇਗੀ ਤੇ ਤੁਹਾਨੂੰ ਆਪਣਾ ਵਿਵਹਾਰ ਠੀਕ ਕਰਨਾ ਹੋਵੇਗਾ, ਨਹੀਂ ਤਾਂ ਸਾਡੇ ਕਾਰੋਬਾਰ ਨੂੰ ਵੀ ਨੁਕਸਾਨ ਹੋਵੇਗਾ ਤੇ ਸਾਡੇ ਰਿਸ਼ਤੇ ਨੂੰ ਵੀ। ਪਰ ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ। ਮੈਂ ਨਾ ਤਾਂ ਉਸ ਕੁੜੀ ਤੋਂ ਮਾਫੀ ਮੰਗੀ ਤੇ ਨਾ ਹੀ ਰਿਸ਼ਤੇ ਨੂੰ ਠੀਕ ਕੀਤਾ। ਨਤੀਜੇ ਵਜੋਂ ਸਾਡੀ ਮੰਗਣੀ ਟੁੱਟ ਗਈ। ਪਾਪਾ ਮੇਰੇ ਤੇ ਬਹੁਤ ਨਾਰਾਜ਼ ਹੋਏ। ਫਿਰ ਉਹਨਾਂ ਨੇ ਮੇਰਾ ਰਿਸ਼ਤਾ ਕਿਸੇ ਹੋਰ ਜਗ੍ਹਾ ਪੱਕਾ ਕਰ ਦਿੱਤਾ ਤੇ ਮੈਨੂੰ ਉਸ ਕੁੜੀ ਨਾਲ ਮਿਲਣ ਲਈ ਕੁਝ ਸਮਾਂ ਦਿੱਤਾ। ਪਾਪਾ ਚਾਹੁੰਦੇ ਸੀ ਕਿ ਅਸੀਂ ਇੱਕ ਦੂਜੇ ਨੂੰ ਸਮਝ ਜਾਈਏ ਤੇ ਫਿਰ ਜਲਦੀ ਹੀ ਉਹ ਸਾਡਾ ਵਿਆਹ ਕਰਵਾ ਦੇਣ, ਪਰ ਮੈਂ ਘਰ ਹੀ ਰਹਿੰਦਾ ਸੀ। ਮੇਰਾ ਕਿਤੇ ਵੀ ਬਾਹਰ ਜਾਣ ਦਾ ਮਨ ਨਹੀਂ ਸੀ। ਪਾਪਾ ਨੇ ਮੈਨੂੰ ਬਹੁਤ ਡਾਂਟਿਆ ਤੇ ਅਕਸਰ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ। ਕੁਝ ਸਮੇਂ ਬਾਅਦ ਹੁਣ ਪਾਪਾ ਵੀ ਮੇਰੀ ਚਿੰਤਾ ਕਰਨ ਲੱਗੇ। ਉਹ ਮੈਨੂੰ ਸਮਾਂ ਦਿੰਦੇ ਤੇ ਮੇਰੇ ਨਾਲ ਖਾਣਾ ਖਾਂਦੇ, ਪਰ ਮੈਨੂੰ ਹੁਣ ਉਹਨਾਂ ਦਾ ਸਾਥ ਨਹੀਂ ਚਾਹੀਦਾ ਸੀ। ਜਦੋਂ ਮੈਨੂੰ ਉਹਨਾਂ ਦੀ ਜ਼ਰੂਰਤ ਸੀ, ਉਦੋਂ ਤਾਂ ਆਪਣੇ ਕਾਰੋਬਾਰ ਦੀ ਚਿੰਤਾ ਵਿੱਚ ਰੁੱਝੇ ਹੋਏ ਸਨ। ਖੈਰ, ਮੇਰਾ ਇਹ ਰਿਸ਼ਤਾ ਵੀ ਖਤਮ ਹੋ ਗਿਆ ਸੀ। ਮੈਂ ਪਾਪਾ ਨੂੰ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਹੁਣ ਮੇਰੇ ਲਈ ਕੋਈ ਰਿਸ਼ਤਾ ਨਾ ਵੇਖਣਾ ਤੇ ਨਾ ਹੀ ਮੈਂ ਹਜੇ ਵਿਆਹ ਕਰਵਾਉਣਾ ਚਾਹੁੰਦਾ ਹਾਂ। ਮੈਨੂੰ ਕੁਝ ਸਮਾਂ ਦਿਓ। ਸ਼ਾਇਦ ਪਾਪਾ ਵੀ ਹੁਣ ਇਹ ਸਮਝ ਗਏ ਸਨ, ਇਸ ਲਈ ਉਹਨਾਂ ਨੇ ਮੈਨੂੰ ਸੰਭਲਣ ਲਈ ਸਮਾਂ ਦਿੱਤਾ। ਕੁਝ ਦਿਨ ਇਸੇ ਤਰ੍ਹਾਂ ਲੰਘ ਗਏ। ਪਾਪਾ ਨੂੰ ਦੁਨੀਆ ਨਾਲੋਂ ਮੇਰਾ ਵੱਖ ਰਹਿਣਾ ਚੰਗਾ ਨਹੀਂ ਲੱਗਦਾ। ਅਕਸਰ ਉਹ ਮੇਰੇ ਦੋਸਤਾਂ ਨੂੰ ਫੋਨ ਕਰਕੇ ਘਰ ਬੁਲਾ ਲੈਂਦੇ ਸੀ ਤਾਂ ਜੋ ਮੈਂ ਖੁਸ਼ ਹੋ ਸਕਾਂ। ਕੁਝ ਦਿਨਾਂ ਬਾਅਦ ਪਾਪਾ ਜੀ ਮੈਨੂੰ ਕਹਿਣ ਲੱਗੇ ਕਿ ਤੂੰ ਉਸ ਕੁੜੀ ਨੂੰ ਲੱਭ ਲੈ। ਜੇ ਤੂੰ 1 ਮਹੀਨੇ ਵਿੱਚ ਉਸ ਨੂੰ ਲੱਭ ਲਿਆ ਤਾਂ ਮੈਂ ਤੇਰਾ ਵਿਆਹ ਉਸ ਨਾਲ ਕਰ ਦੇਵਾਂਗਾ, ਨਹੀਂ ਤਾਂ ਫਿਰ ਤੈਨੂੰ ਮੇਰੀ ਦੱਸੀ ਹੋਈ ਕੁੜੀ ਨਾਲ ਵਿਆਹ ਕਰਨਾ ਪਵੇਗਾ। ਪਾਪਾ ਦੀ ਸ਼ਰਤ ਮੰਨ ਕੇ ਮੈਂ ਤੈਨੂੰ ਬਹੁਤ ਲੱਭਿਆ। ਤੇਰੇ ਪੁਰਾਣੇ ਘਰ ਜਾ ਕੇ ਉਥੋਂ ਨਵਾਂ ਪਤਾ ਲੈ ਕੇ ਆਇਆ, ਪਰ ਉਹਨਾਂ ਜੋ ਪਤਾ ਦਿੱਤਾ ਉਹ ਗਲਤ ਨਿਕਲਿਆ। ਮੈਂ ਤੁਹਾਡੇ ਪਿਤਾ ਬਾਰੇ ਕੁਝ ਨਹੀਂ ਜਾਣਦਾ ਸੀ, ਇਸ ਲਈ ਕੀ ਪੁੱਛਤਾਛ ਕਰਦਾ। 1 ਮਹੀਨਾ ਕਿਵੇਂ ਬੀਤ ਗਿਆ ਮੈਨੂੰ ਕੁਝ ਪਤਾ ਹੀ ਨਾ ਲੱਗਿਆ। ਨਾ ਤਾਂ ਮੇਰੇ ਕੋਲ ਤੇਰੀ ਕੋਈ ਤਸਵੀਰ ਸੀ ਤੇ ਨਾ ਹੀ ਤੁਹਾਡੀ ਕਿਸੇ ਨਾਲ ਕੋਈ ਦੋਸਤੀ ਸੀ ਤਾਂ ਜੋ ਮੈਂ ਤੁਹਾਡੇ ਬਾਰੇ ਪੁੱਛ ਸਕਾਂ। ਜਿਵੇਂ ਹੀ ਮਹੀਨਾ ਖਤਮ ਹੋਇਆ ਤਾਂ ਪਾਪਾ ਨੇ ਮੈਨੂੰ ਤੇਰੇ ਬਾਰੇ ਪੁੱਛਿਆ ਤਾਂ ਮੈਂ ਪਾਪਾ ਨੂੰ ਹਾਰੇ ਅੰਦਾਜ਼ ਵਿੱਚ ਕਿਹਾ ਕਿ ਉਹ ਜਿਸ ਵੀ ਕੁੜੀ ਨਾਲ ਮੇਰਾ ਵਿਆਹ ਕਰਵਾਉਣਗੇ ਮੈਂ ਉਸ ਨਾਲ ਤਿਆਰ ਹਾਂ। ਪਾਪਾ ਖੁਸ਼ੀ ਨਾਲ ਜਿਵੇਂ ਬੇਕਾਬੂ ਹੋ ਗਏ। ਹੁਣ ਤੇ ਅਗਲੇ ਹੀ ਦਿਨ ਉਹਨਾਂ ਨੇ ਕਿਹਾ ਕਿ ਮੈਂ ਇਸ ਐਤਵਾਰ ਨੂੰ ਤੁਹਾਡਾ ਵਿਆਹ ਤੈਅ ਕਰ ਦਿੱਤਾ ਹੈ। ਐਤਵਾਰ ਨੂੰ ਤਿਆਰ ਰਹਿਣਾ। ਮੈਂ ਉਹਨਾਂ ਨੂੰ ਕੁੜੀ ਬਾਰੇ ਕੁਝ ਨਹੀਂ ਪੁੱਛਿਆ, ਕਿਉਂਕਿ ਜੇਕਰ ਤੁਸੀਂ ਨਹੀਂ ਹੋ ਤਾਂ ਕੋਈ ਫਰਕ ਨਹੀਂ ਪੈਂਦਾ ਕਿ ਉਹ ਕੌਣ ਹੈ। ਮੈਂ ਐਤਵਾਰ ਨੂੰ ਤੈਅ ਸਮੇਂ ਤੇ ਤਿਆਰ ਸੀ। ਵਿਆਹ ਸਮੇਂ ਤੇਰਾ ਨਾਂ ਸੁਣ ਕੇ ਮੈਂ ਹੈਰਾਨ ਜ਼ਰੂਰ ਹੋ ਗਿਆ ਸੀ, ਪਰ ਕੌਣ ਜਾਣੇ ਇਸ ਦੁਨੀਆ ਵਿੱਚ ਜਨਮੀ ਨਾਮ ਦੀਆਂ ਕਿੰਨੀਆਂ ਕੁ ਕੁੜੀਆਂ ਹੋਣਗੀਆਂ। ਮੈਂ ਇਹੀ ਸੋਚਦਾ ਰਿਹਾ ਤੇ ਫਿਰ ਤੈਨੂੰ ਆਪਣੇ ਕਮਰੇ ਵਿੱਚ ਦੇਖ ਕੇ ਹੈਰਾਨ ਹੋ ਗਿਆ। ਸ਼ਾਇਦ ਰੱਬ ਨੇ ਸਾਡਾ ਮਿਲਣਾ ਲਿਖਿਆ ਸੀ। ਇਸ ਤਰ੍ਹਾਂ ਸਾਡਾ ਨਸੀਬ ਜੁੜਨਾ ਸੀ ਤੇ ਅੱਜ ਅਸੀਂ ਇੱਕ ਹਾਂ। ਇਹ ਕਹਿ ਕੇ ਮਨਵੀਰ ਨੇ ਆਪਣਾ ਹੱਥ ਅੱਗੇ ਵਧਾਇਆ ਤੇ ਮੈਂ ਵੀ ਉਸਦੇ ਹੱਥ ਤੇ ਆਪਣਾ ਹੱਥ ਰੱਖ ਲਿਆ
ਅਗਲੀ ਸਵੇਰ ਮੈਂ ਤੇ ਮਨਵੀਰ ਬਹੁਤ ਖੁਸ਼ ਹੋ ਕੇ ਆਪਣੇ ਕਮਰੇ ਤੋਂ ਬਾਹਰ ਆਏ ਤੇ ਜਾ ਕੇ ਪਾਪਾ ਨੂੰ ਮਿਲੇ। ਪਾਪਾ ਸਾਨੂੰ ਦੋਵਾਂ ਨੂੰ ਇਕੱਠੇ ਖੁਸ਼ ਦੇਖ ਕੇ ਬਹੁਤ ਹੈਰਾਨ ਹੋਏ ਤੇ ਫਿਰ ਸਾਨੂੰ ਦੋਵਾਂ ਨੂੰ ਗਲੇ ਲਾ ਲਿਆ। ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ। ਸ਼ਾਇਦ ਉਹ ਵੀ ਮਨਵੀਰ ਦੀ ਇਸ ਹਾਲਤ ਕਰਕੇ ਪਰੇਸ਼ਾਨ ਸੀ ਤੇ ਹੁਣ ਉਸ ਨੂੰ ਖੁਸ਼ ਦੇਖ ਕੇ ਉਹਨਾਂ ਨੂੰ ਚੰਗਾ ਲੱਗਾ ਸੀ। ਅਸੀਂ ਸਾਰੇ ਇਕੱਠੇ ਨਾਸ਼ਤਾ ਕਰਨ ਲੱਗੇ। ਮਨਵੀਰ ਹਰ ਇੱਕ ਚੀਜ਼ ਚੁੱਕ ਕੇ ਮੈਨੂੰ ਦੇ ਰਹੇ ਸੀ। ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਸੀ ਤੇ ਪਾਪਾ ਜੀ ਮਨਵੀਰ ਵੱਲ ਹੈਰਾਨੀ ਨਾਲ ਦੇਖ ਰਹੇ ਸਨ। ਸੱਚਾਈ ਸਿਰਫ ਮੈਨੂੰ ਤੇ ਮਨਵੀਰ ਨੂੰ ਹੀ ਪਤਾ ਸੀ। ਉਸਨੇ ਇਸ ਬਾਰੇ ਪਾਪਾ ਜੀ ਨੂੰ ਕੁਝ ਨਹੀਂ ਦੱਸਿਆ। ਮਨਵੀਰ ਤੇ ਮੈਂ ਇੱਕ ਦੂਜੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਕਿਸੇ ਨੂੰ ਇਸ ਬਾਰੇ ਨਹੀਂ ਦੱਸਾਂਗੇ ਕਿ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਮੈਂ ਉਹੀ ਕੁੜੀ ਹਾਂ ਜਿਸ ਨਾਲ ਮਨਵੀਰ ਵਿਆਹ ਕਰਨਾ ਚਾਹੁੰਦਾ ਸੀ। ਪਾਪਾ ਜੀ ਨੂੰ ਵੀ ਸੱਚਾਈ ਦਾ ਪਤਾ ਨਹੀਂ ਸੀ, ਇਸ ਲਈ ਉਹ ਸਾਨੂੰ ਖੁਸ਼ ਦੇਖ ਕੇ ਬਹੁਤ ਖੁਸ਼ ਸੀ ਕਿ ਅਚਾਨਕ ਮਨਵੀਰ ਪਾਪਾ ਜੀ ਨੂੰ ਕਹਿਣ ਲੱਗਾ, ਪਾਪਾ ਜੀ ਮੈਂ ਸੱਚਮੁੱਚ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਜਾਨਵੀ ਨੂੰ ਮੇਰਾ ਜੀਵਨ ਸਾਥੀ ਚੁਣਿਆ ਹੈ। ਮੇਰੇ ਲਈ ਇਸ ਤੋਂ ਵਧੀਆ ਕੋਈ ਕੁੜੀ ਨਹੀਂ ਹੋ ਸਕਦੀ ਸੀ। ਇਹ ਕਹਿੰਦਿਆਂ ਮਨਵੀਰ ਉੱਠ ਕੇ ਆਪਣੇ ਪਿਤਾ ਨੂੰ ਜੱਫੀ ਪਾ ਲਈ। ਪਾਪਾ ਦੀਆਂ ਅੱਖਾਂ ਨਮ ਹੋ ਗਈਆਂ। ਉਹ ਕਿੰਨੀ ਦੇਰ ਤੱਕ ਮਨਵੀਰ ਨੂੰ ਛਾਤੀ ਨਾਲ ਲਾ ਕੇ ਖੜੇ ਰਹੇ ਸੀ ਤੇ ਅਸੀਂ ਖੁਸ਼ੀ-ਖੁਸ਼ੀ ਰਹਿ ਰਹੇ ਸੀ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ। ਹੋਰ ਕਹਾਣੀਆਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ ਜੀ ਸਾਰਿਆਂ ਦਾ।